ਗਨਕਾ ਇੱਕ ਵੇਸਵਾ ਸੀ। ਉਹ ਸ਼ਹਿਰ ਦੇ ਬਾਜ਼ਾਰ ਵਿੱਚ ਰਹਿੰਦੀ ਸੀ। ਪਾਪ ਕਰਮ ਕਰਦੀ ਰਹਿੰਦੀ ਸੀ। ਉਸਦੇ ਰੂਪ ਤੇ ਉਸਦੀ ਜਵਾਨੀ ਤੇ ਸਭ ਵਿਕਦੇ ਸਨ। ਉਹ ਪਾਪਾਂ ਦੀ ਪੰਡ ਬੰਨੀ ਜਾਇਆ ਕਰਦੀ ਸੀ। ਜਦੋਂ ਹੀ ਤਰਕਾਲਾਂ ਪੈਂਦੀਆਂ ਤਾਂ ਉਸਦੇ ਘਰ ਰੌਣਕ ਹੁੰਦੀ। ਦੀਵਾ ਬਲਦਾ ਤੇ ਉਹ ਹਾਰ ਸ਼ਿੰਗਾਰ ਕਰਕੇ ਬੈਠ ਜਾਂਦੀ। ਭਗਤ ਨਾਮਦੇਵ ਜੀ ਨੇ ਇੱਕ ਪਾਵਨ ਸ਼ਬਦ ਅੰਕਿਤ ਕੀਤਾ ਹੈ। ਸੂਆ ਪੜਾਵਤ ਗਨਕਾ ਤਰੀ, ਸੋ ਹਰ ਨੈਨੋਹ ਕੀ ਪੂਤਰੀ। ਭਗਤਾਂ ਨੇ ਬਚਨ ਕੀਤਾ ਕਿ ਤੋਤੇ ਨੂੰ ਪੜਾਉਂਦੀ ਹੋਈ ਗਨਕਾ ਤਰ ਗਈ। ਉਹ ਪਰਮਾਤਮਾ ਦੇ ਨੈਣਾਂ ਦੀ ਪੁਤਲੀ ਬਣੀ। ਉਹ ਭਗਤਾਂ ਵਿੱਚ ਗਿਣੀ ਗਈ। ਉਸਦਾ ਐਸਾ ਜੀਵਨ ਬਦਲ ਗਿਆ। ਉਸਦੇ ਪਾਪ ਤੇ ਨਰਕੀ ਜੀਵਨ ਵਿੱਚੋਂ ਨਿਕਲਣ ਦੀ ਕਥਾ ਇਸ ਪ੍ਰਕਾਰ ਹੈ ਕਿ ਉਹ ਜਦੋਂ ਮੰਦ ਕਰਮ ਵਿੱਚ ਰੁੱਝੀ ਹੋਈ ਜੀਵਨ ਨੂੰ ਭੁੱਲ ਗਈ ਸੀ। ਮਨੁੱਖਾ ਜੀਵਨ ਦੇ ਮਨੋਰਥ ਦਾ ਉੱਕਾ ਹੀ ਪਤਾ ਨਹੀਂ ਸੀ। ਤਦੋਂ ਇੱਕ ਦਿਨ ਇੱਕ ਸਾਧੂ ਆ ਗਿਆ। ਉਸਦੇ ਕੋਲ ਇੱਕ ਤੋਤਾ ਸੀ। ਆਖਦੇ ਹਨ ਕਿ ਉਹ ਸਾਧੂ ਸ਼ਹਿਰੋਂ ਬਾਹਰ ਰਿਹਾ ਕਰਦਾ ਸੀ। ਉਹ ਘੱਟ ਵਸੋਂ ਵਿੱਚ ਆਉਂਦਾ। ਉਸ ਰਾਤ ਬਾਰਿਸ਼ ਬਹੁਤ ਹੋਈ। ਇੰਨੀ ਬਾਰਿਸ਼ ਹੋਈ ਕਿ ਉੱਚੀ ਨੀਵੀਂ ਧਰਤੀ ਜਲ ਥਲ ਦਿਸਣ ਲੱਗੀ। ਸਾਧੂ ਨੇ ਵੇਖਿਆ ਠੰਡ ਨਾਲ ਉਸਦਾ ਤੋਤਾ ਵੀ ਮਰਨ ਲੱਗਾ ਸੀ। ਪੰਛੀ ਉਸਨੂੰ ਜਾਨ ਨਾਲੋਂ ਪਿਆਰਾ ਸੀ, ਕਿਉਂਕਿ ਉਹ ਰਾਮ ਰਾਮ ਦੀ ਪੈਂਤੀ ਪੜ੍ਹਦਾ ਸੀ। ਉਸਨੇ ਤੋਤੇ ਦੇ ਪਿੰਜਰੇ ਨੂੰ ਚੁੱਕਿਆ ਤੇ ਸ਼ਹਿਰ ਵੱਲ ਤੁਰ ਪਿਆ। ਉਸਨੇ ਆਪਣੀ ਗੋਦੜੀ ਤੇ ਹੋਰ ਬਸਤਰ ਉੱਪਰ ਲਏ ਹੋਏ ਸਨ। ਕੁਦਰਤ ਦੀ ਸ਼ਕਤੀ ਦਾ ਮੁਕਾਬਲਾ ਕਰਨਾ ਉਸ ਦੇ ਵੱਸ ਤੋਂ ਬਾਹਰ ਸੀ। ਉਹ ਤੁਰਿਆ ਆਇਆ, ਪਰ ਕੋਈ ਆਸਰਾ ਨਾ ਲੱਭਾ। ਰਾਤ ਦਾ ਸਮਾਂ ਸੀ। ਸਾਰੇ ਲੋਕ ਆਪੋ ਆਪਣੇ ਘਰਾਂ ਵਿੱਚ ਬੂਹੇ ਮਾਰ ਕੇ ਬੈਠੇ ਸਨ। ਕਿੰਨਾ ਤੁਰਨ ਤੇ ਵੀ ਸਾਧੂ ਨੂੰ ਕੋਈ ਆਸਰਾ ਨਾ ਲੱਭਾ। ਉਹ ਤੁਰਿਆ ਗਿਆ। ਅਖੀਰ ਗਨਕਾ ਦਾ ਘਰ ਆਇਆ। ਦੀਵਾ ਜਗਦਾ ਸੀ। ਬੂਹਾ ਵੀ ਖੁੱਲ੍ਹਾ ਸੀ। ਉਹ ਰਾਮ ਦਾ ਨਾਮ ਲੈ ਕੇ ਅੱਗੇ ਲੰਘ ਗਿਆ। ਗਨਕਾ ਉਸਨੂੰ ਦੇਖ ਕੇ ਮਨ ਵਿੱਚ ਬਹੁਤ ਖੁਸ਼ ਹੋਈ। ਉਸਨੇ ਖਿਆਲ ਕੀਤਾ ਕਿ ਮੀਂਹ ਹਨੇਰੀ ਦੇ ਸਮੇਂ ਵੀ ਉਸ ਕੋਲ ਗਾਹਕ ਆਇਆ ਹੈ ਜਿਹੜਾ ਉਸਨੂੰ ਪੈਸੇ ਖਟਾਏਗਾ, ਉਸਦੇ ਤਨ ਦਾ ਸੌਦਾ ਕਰੇਗਾ। ਉਸਨੇ ਚਾਅ ਨਾਲ ਆਖਿਆ, ਆਓ ਮੇਰੀਆਂ ਅੱਖਾਂ ਵਿੱਚ ਬੈਠੋ, ਮੈਂ ਉਡੀਕਦੀ ਸਾਂ। ਗਨਕਾ ਦਾ ਇਹ ਵਾਕ ਸੁਣ ਕੇ ਤੇ ਉਸਦੇ ਰੂਪ ਤੇ ਸ਼ਿੰਗਾਰ ਨੂੰ ਤੱਕ ਕੇ ਸਾਧੂ ਬੜਾ ਹੈਰਾਨ ਹੋਇਆ। ਉਸਨੇ ਕਿਹਾ, ਬੇਟੀ, ਬਾਹਰ ਬਾਰਿਸ਼ ਬਹੁਤ ਹੈ। ਮੇਰੀ ਝੁੱਗੀ ਰੁੜ ਗਈ ਹੈ। ਮੈਂ ਆਪਣੇ ਤੋਤੇ ਸਮੇਤ ਆਸਰਾ ਲੈਣ ਆਇਆ ਹਾਂ। ਬੇਟੀ ਸ਼ਬਦ ਨੇ ਗਨਕਾ ਦੇ ਪਾਪੀ ਮਨ ਨੂੰ ਕੰਬਾ ਦਿੱਤਾ। ਉਹ ਇੱਕ ਵਾਰ ਕੰਬੀ ਤੇ ਮੁੜ ਨਿਰਾਸ਼ਤਾ ਨਾਲ ਬੋਲੀ, ਤੁਸਾਂ ਰਾਤ ਰਹਿਣਾ ਹੈ? ਸਾਧੂ ਨੇ ਕਿਹਾ, ਹਾਂ ਬੇਟੀ, ਅਸਾਂ ਰਾਤ ਰਹਿਣਾ ਹੈ। ਹਰ ਆਤਮਾ ਪਰਮਾਤਮਾ ਦੀ ਅੰਸ਼ ਹੈ ਤੇ ਸਰੀਰ ਆਤਮਾ ਦਾ ਘਰ। ਸਰੀਰ ਨੂੰ ਆਸਰਾ ਦੇਣਾ, ਨੇਕ ਮਾਰਗ ਤੇ ਚੱਲਣਾ ਹੈ। ਪੁੱਤਰੀ, ਪਰਮਾਤਮਾ ਨੇ ਤੈਨੂੰ ਸੁੱਖ ਦੇ ਸਾਧਨ ਬਖਸ਼ੇ ਹਨ। ਉਸ ਨੂੰ ਯਾਦ ਕਰਦੀ ਹੋਏਗੀ। ਸਾਧੂ ਸਹਿ ਸੁਭਾਅ ਬੋਲੀ ਗਿਆ। ਉਸਦੀ ਆਤਮਾ ਸੱਚ ਹੀ ਨਿਰਮਲ ਸੀ। ਪਰ ਗਨਕਾ, ਜਿਸ ਦਾ ਅਸਲੀ ਨਾਮ ਚੰਦਰਮਣੀ ਸੀ, ਉਹ ਤਾਂ ਸੁਣ ਕੇ ਘਬਰਾਉਣ ਲੱਗੀ। ਉਹ ਤਾਂ ਪਾਪੀ ਸੀ। ਉਸਨੇ ਘਬਰਾਹਟ ਵਿੱਚ ਆਖਿਆ, ਤੁਸੀਂ ਸਾਧੂ ਹੋ? ਸਾਧੂ ਨੇ ਕਿਹਾ, ਹਾਂ, ਅਸੀਂ ਸਾਧੂ ਹਾਂ। ਮੇਰੇ ਮਾਲਕ ਨੇ ਮੈਨੂੰ ਸਾਧੂ ਬਣਾ ਕੇ ਆਪਣੇ ਨਾਮ ਦੇ ਸਿਮਰਨ ਵੱਲ ਲਾਇਆ ਹੈ। ਉਹ ਮਾਲਕ ਜਿਹੜਾ ਸਭ ਦਾ ਕਰਤਾ, ਹਰਤਾ, ਜੀਵਨ ਦਾਤਾ, ਅੰਨਦਾਤਾ ਹੈ। ਗਨਕਾ ਦੇ ਮਨ ਵਿੱਚ ਕੁਝ ਨੇਕ ਭਾਵ ਆਏ, ਕਿਉਂਕਿ ਸ਼ਾਮ ਤੇ ਦਿਨ ਤੋਂ ਉਸਦੇ ਕੋਲ ਐਸਾ ਪੁਰਸ਼ ਕੋਈ ਨਹੀਂ ਸੀ ਆਇਆ ਜਿਹੜਾ ਉਸਨੂੰ ਪਾਪ ਕਰਮ ਵੱਲ ਨਾ ਲਾਉਂਦਾ। ਮੰਦ ਵਰਤ ਕੇ ਉਸਦੀ ਮੰਦ ਵਾਸ਼ਨਾ ਨਾਲ ਉਸਦੇ ਮੈਲੇ ਮਨ ਤੇ ਹੋਰ ਮੈਲਾ ਸੁੱਟਦਾ। ਉਸ ਦਿਨ ਉਸਨੇ ਸਵੇਰੇ ਇਸ਼ਨਾਨ ਕੀਤਾ ਸੀ ਤੇ ਬਾਰਿਸ਼ ਹੁੰਦੀ ਰਹੀ। ਤੁਸੀਂ ਸਾਧੂ
ਜੇ ਭਗਵਾਨ ਦੇ ਭਗਤ ਹੋ ਤਾਂ ਠੀਕ ਹੈ, ਆਓ ਬੈਠੋ ਤੇ ਗਿੱਲੇ ਵਸਤਰ ਲਾ ਕੇ ਸੁੱਕੇ ਪਹਿਨ ਲਓ। ਸ਼ਾਇਦ ਜੀਵਨ ਵਿੱਚ ਸਾਧੂ ਦੀ ਸੇਵਾ ਕਰਨ ਦਾ ਮੌਕਾ ਪਹਿਲੀ ਵਾਰ ਮਿਲਿਆ ਹੈ। ਆਓ, ਕੀ ਪਤਾ ਮੇਰੇ ਜੀਵਨ ਵਿੱਚ ਐਸੀ ਘਟਨਾ ਹੋਣੀ ਹੋਏਗੀ। ਇਉਂ ਆਖਦੀ ਹੋਈ ਨੇ ਸਾਧੂ ਦੇ ਗਿੱਲੇ ਵਸਤਰ ਲੁਹਾਏ ਤੇ ਉਸ ਨੂੰ ਗਰਮ ਵਸਤਰ ਦਿੱਤੇ, ਅੱਗ ਬਾਲ ਕੇ ਉਸ ਦੇ ਤੋਤੇ ਤੇ ਉਸ ਨੂੰ ਅੱਗ ਸੁਕਾਈ। ਉਹ ਨਿੱਘੇ ਹੋਏ ਤਾਂ ਤੋਤਾ ਆਪਣੀ ਆਦਤ ਅਨੁਸਾਰ ਰਾਮ ਦਾ ਨਾਮ ਲੈਣ ਲੱਗ ਪਿਆ। ਚੰਦਰਮੁਖੀ ਗਨਕਾ ਨੂੰ ਉਹਨਾਂ ਦੀਆਂ ਗੱਲਾਂ ਅਨੋਖੀਆਂ ਲੱਗੀਆਂ। ਉਸਨੇ ਸਾਧੂ ਨੂੰ ਆਖਿਆ, ਮਹਾਰਾਜ ਜੀ, ਭੋਜਨ ਛਕੋਗੇ? ਸਾਧੂ ਨੇ ਕਿਹਾ, ਹਾਂ ਪੁੱਤਰੀ, ਮੈਂ ਵੀ ਭੁੱਖਾ ਹਾਂ। ਇਹ ਪੰਛੀ ਵੀ ਜੋ ਭਗਵਾਨ ਨੇ ਲਿਖਿਆ ਹੈ ਦੇਵੇਗਾ। ਅੱਜ ਨਹੀਂ ਕੱਲ ਸਹੀ, ਉਸ ਦੀ ਇੱਛਾ ਜੈਸੀ ਹੈ ਵੈਸਾ ਹੀ ਹੋਣਾ ਹੈ। ਸਾਧੂ ਨੇ ਉੱਤਰ ਦਿੱਤਾ। ਗਨਕਾ ਨੇ ਆਖਿਆ, ਮੇਰੇ ਕੋਲ ਜੋ ਕੁਝ ਹੈ ਉਸ ਨੂੰ ਪ੍ਰਵਾਨ ਕਰੋ, ਪਰ ਮੈਂ ਗਨਕਾ ਵੇਸਵਾ ਹਾਂ ਜਿਸ ਨੂੰ ਇਸ ਘਰ ਵਿੱਚ ਆਈ ਨੂੰ 12 ਸਾਲ ਹੋ ਗਏ ਹਨ। ਪੁਰਸ਼ਾਂ ਦੇ ਮਨਾਂ ਦੀਆਂ ਖੁਸ਼ੀਆਂ ਕਰਦੀ ਰਹੀ ਹਾਂ। ਮੈਂ ਤਾਂ ਪਾਪਣ ਹਾਂ। ਤੁਸੀਂ ਪਾਪਣ ਦੇ ਘਰ ਦਾ ਭੋਜਨ ਛਕ ਲੋਗੇ? ਉਸਦੇ ਚਿਹਰੇ ਤੇ ਗੰਭੀਰਤਾ ਆਈ। ਸ਼ਾਇਦ ਉਸਦੇ ਜੀਵਨ ਵਿੱਚ ਇਹ ਪਹਿਲੀ ਘਟਨਾ ਸੀ। ਸਾਧੂ ਨੇ ਦੇਖਿਆ ਗਨਕਾ ਨੇ ਆਪਣੇ ਪਾਪ ਕਰਮ ਨੂੰ ਅਨੁਭਵ ਕਰ ਲਿਆ ਹੈ, ਹੁਣ ਇਸ ਨੂੰ ਉਪਦੇਸ਼ ਦੇਣਾ ਠੀਕ ਹੈ। ਉਹਨਾਂ ਨੇ ਕਿਹਾ, ਤੇਰਾ ਦਿੱਤਾ ਭੋਜਨ ਪ੍ਰਵਾਨ ਹੋਏਗਾ। ਇਸ ਜਗਤ ਵਿੱਚ ਮਾਇਆ ਦਾ ਪ੍ਰਵੇਸ਼ ਹੈ। ਮਾਇਆ ਦਾ ਪ੍ਰਭਾਵ ਜਦੋਂ ਜੀਵ ਤੇ ਪੈਂਦਾ ਹੈ ਤਾਂ ਉਹ ਭਗਵਾਨ ਨੂੰ ਭੁੱਲ ਕੇ ਕਾਮ, ਕ੍ਰੋਧ ਤੇ ਮੋਹ ਵਿੱਚ ਫਸ ਜਾਂਦਾ ਹੈ। ਜੀਵਨ ਮਾਰਗ ਤੋਂ ਪਾਸੇ ਹੋ ਜਾਂਦਾ ਹੈ। ਰਾਮ ਨਾਮ ਦਾ ਸਿਮਰਨ ਨਹੀਂ ਕਰਦਾ। ਕੁਝ ਐਸੇ ਪੁਰਸ਼ ਹੁੰਦੇ ਹਨ ਜੋ ਆਪਣੇ ਮਤਲਬ ਵਾਸਤੇ ਅਗਲੇ ਨੂੰ ਕੁਰਾਹੇ ਤੋਰਦੇ ਹਨ। ਐਸਾ ਹੀ ਜਗਤ ਦਾ ਵਤੀਰਾ ਹੈ। ਗਨਕਾ ਨੇ ਆਖਿਆ, ਠੀਕ ਹੈ ਮਹਾਰਾਜ, ਆਪ ਸੱਤ ਆਖਦੇ ਹੋ। ਪੁਰਸ਼ਾਂ ਨੇ ਹੀ ਮੈਨੂੰ ਕੁਰਾਹੇ ਤੋਰਿਆ। ਮੈਂ ਪਾਪਣ ਹਾਂ, ਪਰ ਪਾਪਣ ਹੋਣ ਦਾ ਗਿਆਨ ਮੈਨੂੰ ਤੁਹਾਡੇ ਦਰਸ਼ਨ ਕਰਨ ਤੇ ਹੋਇਆ ਹੈ। ਜਦੋਂ ਤੁਸਾਂ ਨੇ ਮੈਨੂੰ ਪੁੱਤਰੀ ਕਿਹਾ, ਮੇਰੇ ਘਰ ਜਵਾਨ ਆਇਆ ਜਾਂ ਬੁੱਢਾ, ਕਿਸੇ ਨੇ ਕਦੀ ਮੈਨੂੰ ਭੈਣ ਜਾਂ ਪੁੱਤਰੀ ਨਹੀਂ ਕਿਹਾ। ਨਾ ਮੈਨੂੰ ਪਤਾ ਹੈ ਕਿ ਮੇਰੀ ਮਾਂ ਕੌਣ ਸੀ ਤੇ ਬਾਪ ਕੌਣ। ਬਸ ਐਸੇ ਹੀ ਜੀਵਨ ਬਤੀਤ ਹੋਣ ਲੱਗਾ। ਮੀਂਹ ਪੈ ਰਹੇ ਨੂੰ 2 ਦਿਨ ਹੋ ਗਏ, ਉਹ ਵੀ ਕੋਈ ਨਹੀਂ ਆਏ ਜੋ ਕੋਈ ਮਤਲਬ ਲਈ ਆਉਂਦੇ ਸੀ। ਇਉਂ ਗਨਕਾ ਚੰਦਰਮੁਖੀ ਨੂੰ ਗਿਆਨ ਹੁੰਦਾ ਗਿਆ। ਉਸ ਦਾ ਸਰੀਰ ਕੰਬ ਗਿਆ, ਮਨ ਕੰਬੀ ਗਿਆ। ਉਸ ਨੂੰ ਇਉਂ ਮਾਲੂਮ ਹੋਇਆ ਜਿਵੇਂ ਉਸ ਵਿੱਚ ਇੱਕ ਮਹਾਨ ਤਬਦੀਲੀ ਆ ਰਹੀ ਸੀ। ਇੱਕ ਦਰਦ ਤੇ ਪੀੜਾ ਜਿਹੀ ਹੋ ਰਹੀ ਸੀ। ਮਤਲਬ, ਲੱਭ, ਇਹੋ ਤਾਂ ਸਭ ਕੁਝ ਹੈ। ਸਮਾਜ ਦੀ ਜਾਨ, ਮੇਰੇ ਤੋਤੇ ਤੇ ਮੈਨੂੰ ਆਸਰੇ ਦਾ ਮਤਲਬ ਸੀ। ਇਸ ਕਰਕੇ ਅਸੀਂ ਚੱਲ ਕੇ ਆ ਗਏ। ਪਰ ਇਸ ਮਤਲਬ ਤੇ ਲੱਭ ਦੇ 2 ਰੂਪ ਹਨ, ਇੱਕ ਮਾਇਆਵਾਦੀ, ਦੂਸਰਾ ਈਸ਼ਵਰਵਾਦੀ। ਜੇ ਤਾਂ ਜੀਵ ਨੂੰ ਇਹ ਮਤਲਬ ਹੋਏ ਕਿ ਉਸ ਦਾ ਜੀਵਨ ਚੰਗਾ ਬਣੇ, ਉਹ ਰਾਮ ਨਾਮ ਦਾ ਸਿਮਰਨ ਕਰਨ ਲਈ ਸਾਧੂ ਸੰਤਾਂ ਤੇ ਨੇਕ ਪੁਰਸ਼ਾਂ ਦੀ ਸੰਗਤ ਕਰੇ, ਸੇਵਾ ਦਾ ਭਾਵ ਮਨ ਵਿੱਚ ਰੱਖੇ, ਧਰਮ ਤੇ ਸਮਾਜ ਦੀ ਮਰਿਆਦਾ ਕਾਇਮ ਰੱਖੇ, ਤਾਂ ਠੀਕ। ਦੇਖ ਪੁੱਤਰੀ, ਜੇ ਤੂੰ ਇੱਕ ਪਤੀ ਧਾਰਨ ਕੀਤਾ ਹੁੰਦਾ, ਉਸ ਦੀ ਸੇਵਾ ਕਰਦੀ, ਉਸ ਕੋਲੋਂ ਹੀ ਤਨ ਤੇ ਮਨ ਦੀਆਂ ਲੋੜਾਂ ਪੂਰੀਆਂ ਕਰਦੀ, ਤੇਰੇ ਬੱਚੇ ਹੁੰਦੇ, ਬੱਚਿਆਂ ਤੇ ਪਤੀ ਦੀ ਸੁੱਖ ਸ਼ਾਂਤੀ ਵਾਸਤੇ ਪੂਜਾ ਪਾਠ ਕਰਦੀ, ਸਾਰੇ ਤੈਨੂੰ ਦੇਵੀ ਆਖਦੇ। ਜੀਵ ਕਰਮ ਨਾਲ ਜਾਣਿਆ ਜਾਂਦਾ ਹੈ, ਸਰੀਰ ਨਾਲ ਨਹੀਂ। ਸੋ ਭਲਾ ਹੈ ਜੋ ਬੀਤੀ ਸੋ ਬੀਤੀ। ਅੱਗੇ ਤੋਂ ਨੇਕ ਰਾਹ ਚੱਲਣਾ ਚਾਹੀਦਾ ਹੈ। ਭਗਵਾਨ ਜਿਸ ਨੇ ਜੀਵਨ ਦਿੱਤਾ ਹੈ, ਉਹ ਰੋਜ਼ੀ ਵੀ ਦਿੰਦਾ ਹੈ। ਚੰਦਰਮਣੀ ਨੇ ਸਾਧੂ ਨੂੰ ਭੋਜਨ ਕਰਾਇਆ। ਉਸਨੇ ਤੋਤੇ ਨੂੰ ਚੂਰੀ ਖਵਾਈ ਤੇ ਚਰਨੀ ਲੱਗ ਗਈ। ਸਾਧੂ ਦੀ ਸੰਗਤ ਨੇ ਉਸਦੇ ਮਨ ਨੂੰ ਬਦਲ ਦਿੱਤਾ, ਉਸਨੂੰ ਪਾਪਾਂ ਦਾ ਅਹਿਸਾਸ ਕਰਾ ਦਿੱਤਾ। ਤਦੇ ਤਾਂ ਭਲੇ ਪੁਰਸ਼ ਆਖਦੇ ਹਨ, ਨੇਕ ਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ। ਭਾਈ ਗੁਰਦਾਸ ਜੀ ਨੇ ਸੰਗਤ ਦਾ ਬਹੁਤ ਹੀ ਵੱਡਾ ਮਹਾਤਮ ਦੱਸਿਆ ਹੈ। ਸਾਧ ਸੰਗਤ ਦੇ ਫਲ ਕਰਕੇ ਗਨਕਾ ਦੇ ਮਨ ਉੱਤੇ ਅਸਰ ਪੈ ਗਿਆ। ਉਹ ਸਾਰੀ ਰਾਤ
ਸਤ ਸੰਗਤ ਕਰਦੀ ਰਹੀ। ਅਗਲੇ ਦਿਨ ਫਰਕਾ ਲੱਗਾ, ਆਕਾਸ਼ ਨਿਰਮਲ ਹੋ ਗਿਆ, ਧੁੱਪ ਲੱਗੀ ਤੇ ਸਾਧੂ ਨੇ ਤੁਰਨ ਦੀ ਤਿਆਰੀ ਕੀਤੀ। ਤਾਂ ਗਨਕਾ ਚੰਦਰਮਣੀ ਨੇ ਬੇਨਤੀ ਕੀਤੀ, ਮਹਾਰਾਜ ਜੀ, ਇਹ ਪਰਉਪਕਾਰ ਕਰੋ, ਮੈਨੂੰ ਤੁਸੀਂ ਆਪਣਾ ਤੋਤਾ ਦੇ ਜਾਓ। ਮੈਂ ਇਸ ਕੋਲੋਂ ਰਾਮ ਨਾਮ ਸੁਣਿਆ ਕਰਾਂਗੀ, ਇਸ ਨੂੰ ਪੜ੍ਹਾਇਆ ਕਰਾਂਗੀ। ਐਸਾ ਹੀ ਕਾਰਜ ਕਰੋ, ਚੰਗਾ ਤਾਂ ਇਹ ਹੈ ਕਿ ਤੁਸੀਂ ਰਹੋ। ਸਾਧੂ ਨੇ ਕਿਹਾ, ਚੰਗਾ ਪੁੱਤਰੀ, ਜੇ ਤੇਰੀ ਐਸੀ ਹੀ ਇੱਛਾ ਹੈ ਤਾਂ ਆ ਲੈ ਪਿੰਜਰਾ, ਇਸ ਨੂੰ ਸਾਂਭ ਕੇ ਰੱਖੀ। ਅਸੀਂ ਆਪਣੀ ਕੁਟੀਆ ਵਿੱਚ ਜਾਂਦੇ ਹਾਂ। ਤੇਰੇ ਘਰ ਰਹਿਣ ਤੇ ਲੋਕ ਤੇਰੀ ਮੇਰੀ ਦੋਹਾਂ ਦੀ ਨਿੰਦਾ ਕਰਨਗੇ। ਲੋਕ ਨਿੰਦਾ ਕਰਾਉਣੀ ਉਚਿਤ ਨਹੀਂ ਹੁੰਦੀ। ਅਸੀਂ ਚੱਲਦੇ ਹਾਂ। ਇਹ ਆਖ ਕੇ ਮਹਾਤਮਾ ਚਲੇ ਗਏ। ਉਹ ਆਪਣਾ ਤੋਤਾ ਛੱਡ ਗਏ। ਉਹ ਬੀਬਾ ਤੋਤਾ ਰਾਮ ਦਾ ਨਾਮ ਬੋਲਦਾ। ਗਣਕਾ ਆਖਦੀ, ਬੋਲ ਗੰਗਾ ਰਾਮ, ਰਾਮ ਰਾਮ। ਗਨਕਾ ਚੰਦਰਮਣੀ ਨੂੰ ਐਸੀ ਲਗਨ ਲੱਗ ਗਈ ਕਿ ਉਹ ਰਾਤ ਦਿਨੇ ਗੰਗਾ ਰਾਮ ਨੂੰ ਰਾਮ ਨਾਮ ਦੀ ਪੱਟੀ ਪੜਾਉਣ ਲੱਗੀ। ਉਸ ਦਾ ਮਨ ਪਾਪ ਕਰਮ ਵੱਲੋਂ ਮੁੜ ਪਿਆ। ਉਸਨੇ ਰਾਮ ਨਾਮ ਦੀ ਧੁਨ ਲਾਉਣੀ ਸ਼ੁਰੂ ਕਰ ਦਿੱਤੀ। ਹੌਲੀ ਹੌਲੀ ਉਸ ਦੀ ਬੈਠਕ ਖਾਲੀ ਰਹਿਣ ਲੱਗੀ। ਰਾਮ ਨਾਮ ਗੂੰਜਣ ਲੱਗਾ। ਤਨ ਤੇ ਮਨ ਦੀ ਸੁੱਧ ਨਾ ਰਹੀ। ਉਹ ਭੁੱਖੀ ਹੀ ਰਾਮ ਨਾਮ ਜਪੀ ਜਾਣ ਲੱਗੀ। ਚੰਦਰਮਣੀ ਗਣਕਾ ਦਾ ਸਿਦਕ ਦੇਖ ਕੇ ਭਗਵਾਨ ਜੀ ਪ੍ਰਸੰਨ ਹੋ ਗਏ। ਉਹਨਾਂ ਨੇ ਚੰਦਰਮਣੀ ਨੂੰ ਆਪਣੇ ਕੋਲ ਸੱਦਣ ਵਾਸਤੇ ਇੱਕ ਬਹਾਨਾ ਬਣਾ ਲਿਆ। ਉਹ ਬਹਾਨਾ ਇਹ ਸੀ ਕਿ ਪਿੰਜਰੇ ਵਿੱਚ ਸੱਪ ਦਾ ਰੂਪ ਧਾਰਨ ਕਰਕੇ ਆਪਣੇ ਕਾਲ ਦੂਤ ਨੂੰ ਭੇਜਿਆ। ਉਸਨੇ ਪਹਿਲਾਂ ਤੋਤੇ ਨੂੰ ਡੰਗ ਮਾਰਿਆ। ਉਸ ਦੀ ਰੂਹ ਨੂੰ ਪਹਿਲਾਂ ਭੇਜ ਕੇ ਮੁੜ ਬੈਠਾ ਰਿਹਾ। ਗਨਕਾ ਉੱਠੀ। ਉਸਨੇ ਤੋਤੇ ਨੂੰ ਬੁਲਾਇਆ, ਬੋਲ ਗੰਗਾ ਰਾਮ, ਰਾਮ ਨਾਮ। ਪਰ ਅੱਗੋਂ ਕੋਈ ਆਵਾਜ਼ ਨਾ ਆਈ। ਉਸਨੇ ਹੱਥ ਪਿੰਜਰੇ ਵਿੱਚ ਪਾ ਕੇ ਤੋਤੇ ਨੂੰ ਹਿਲਾਇਆ ਤਾਂ ਸੱਪ ਨੇ ਡੰਗ ਮਾਰਿਆ। ਉਸ ਵੇਲੇ ਉਸ ਦੀ ਰੂਹ ਸਰੀਰ ਨੂੰ ਛੱਡ ਗਈ। ਉਸ ਦੀ ਰੂਹ ਦੇ ਵਾਸਤੇ ਬਿਬਾਨ ਆਇਆ। ਨਰਸਿੰਗੇ ਵੱਜੇ। ਸੰਖਾਂ ਦੀ ਧੁਨ ਵਿੱਚ ਉਹ ਮਾਤ ਲੋਕ ਤੋਂ ਸਵਰਗ ਲੋਕ ਨੂੰ ਚਲੀ ਗਈ। ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਗਈ ਬੈਕੁੰਠ ਬਿਬਾਨ ਚੜ੍ਹ, ਨਾਉ ਨਰਾਇਣ ਛੋਤ ਅਛੋਤਾ, ਥਾਉ ਨਿਥਾਵੇਂ ਮਾਣ ਮਣੋਤਾ। ਬਿਬਾਨ ਤੇ ਅਰੁੜ ਹੋ ਬੈਕੁੰਠ ਜਾ ਪੁੱਜੀ। ਤਾਂ ਤੇ ਈਸ਼ਰ ਦਾ ਨਾਮ ਛੋਤਾਂ ਤੋਂ ਅਛੋਤ ਭਾਵ ਨਿਰਦੁਖਣ ਹੈ। ਕੋਈ ਜਪੇ ਸਭ ਦਾ ਉਧਾਰ ਕਰਦਾ ਹੈ। ਜਿਹਾ ਖੱਤਰੀ ਬ੍ਰਾਹਮਣ ਸੂਦ ਵੈਸ, ਉਦਰੇ ਸਿਮਰ ਚੰਡਾਲ। ਨਾਮ ਐਸੀ ਰਸਾਇਣ ਵਸਤੂ ਹੈ। ਨਾਮ ਹੀ ਨਿਥਾਵਿਆਂ ਦਾ ਥਾਉ ਤੇ ਨਿਮਾਣਿਆਂ ਦਾ ਮਾਣ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।